ਤੁਹਾਨੂੰ ਖਿਆਲ ਹੋਵੇ ਜੇ ਜਦੋਂ ਤੁਸੀਂ ਝੂਠ ਬੋਲਦੇ ਹੋ ਤਾਂ ਤੁਹਾਡੇ ਅੰਦਰ ਕੰਬਣੀ ਵੱਧ ਜਾਂਦੀ ਹੈ। ਝੂਠ ਬੋਲਣ ਵਾਲਾ ਕੰਬਦਾ ਹੈ, ਸੱਚ ਬੋਲਣ ਵਾਲਾ ਨਹੀਂ ਕੰਬਦਾ। ਹੁਣ ਤਾਂ ਅਸੀਂ ਯੰਤਰ ਖੋਜ ਲਏ ਹਨ ਜਿਸ ਨਾਲ ਤੁਹਾਡਾ ਝੂਠ ਬੋਲਣਾ ਫੌਰਨ ਪਕੜਿਆ ਜਾਂਦਾ ਹੈ, ਕਿਉਂਕਿ ਤੁਹਾਡੀ ਕੰਬਣੀ ਯੰਤਰਾਂ ਵਿੱਚ ਖਬਰ ਦਿੰਦੀ ਹੈ, ਗ੍ਰਾਫ ਬਣ ਜਾਂਦਾ ਹੈ, ਦੱਸ ਦਿੰਦਾ ਹੈ ਯੰਤਰ ਕਿ ਤੁਸੀਂ ਕੰਬ ਰਹੇ ਹੋ, ਕਿਸ ਮਿਕਦਾਰ ਵਿੱਚ ਕੰਬ ਰਹੇ ਹੋ ਸਭ ਦੱਸ ਦਿੰਦਾ ਹੈ। ਪੱਛਮ ਦੀਆਂ ਅਦਾਲਤਾਂ ਵਿੱਚ ਲਾਈ ਡਿਟੈਕਟਰਸ ਦਾ ਇਸਤੇਮਾਲ ਸ਼ੁਰੂ ਕੀਤਾ ਗਿਆ ਹੈ। ਤੁਸੀਂ ਉਸ ਤੋਂ ਬਚ ਨਹੀਂ ਸਕਦੇ, ਤੁਸੀਂ ਕੁਝ ਵੀ ਕਰੋ, ਤੁਹਾਥੋਂ ਕੁਝ ਸਵਾਲ ਪੁੱਛੇ ਜਾਂਦੇ ਨੇ। ਪੁੱਛਿਆ ਜਾਂਦਾ ਹੈ ਇਸ ਸਮੇਂ ਘੜੀ 'ਚ ਸਮਾਂ ਕਿੰਨਾ ਹੈ। ਘੜੀ ਸਾਹਮਣੇ ਅਦਾਲਤ ਵਿੱਚ ਲੱਗੀ ਹੋਈ ਹੁੰਦੀ ਹੈ। ਝੂਠ ਬੋਲਣ ਦਾ ਕੋਈ ਕਾਰਨ ਨਹੀਂ ਹੁੰਦਾ, ਤੁਸੀਂ ਕਹਿੰਦੇ ਹੋ 12 ਵੱਜ ਗਏ ਹਨ। ਹੇਠਾਂ ਜਿਹੜੀ ਮਸ਼ੀਨ ਲਾ ਰੱਖੀ ਹੋਈ ਆ ਉਹ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ, ਦੱਸ ਦਿੰਦੀ ਹੈ ਕਿ ਅਜੇ ਇਹ ਆਦਮੀ ਕੰਬ ਨਹੀਂ ਰਿਹਾ, ਇਸ ਵਿੱਚ ਅਜੇ ਕੋਈ ਕੰਬਣੀ ਨਹੀਂ ਹੈ, ਕਿਉਂਕਿ ਕੰਬਣੀ ਤਾਂ ਇਲੈਕਟ੍ਰੀਕਲ ਹੈ। ਪੂਰਾ ਸਰੀਰ ਬਿਜਲੀ ਦੀਆਂ ਤਰੰਗਾਂ ਨਾਲ ਭਰ ਜਾਂਦਾ ਹੈ ਤਾਂ ਬਿਜਲੀ ਦੀਆਂ ਤਰੰਗਾਂ ਨੂੰ ਯੰਤਰ ਪਕੜ ਲੈਂਦਾ ਹੈ। ਤੁਹਾਡੇ ਪੈਰਾਂ ਹੇਠ ਯੰਤਰ ਲੱਗਿਆ ਹੋਇਆ ਹੈ, ਉਹ ਕਹਿ ਰਿਹਾ ਹੈ ਠੀਕ ਅਜੇ ਆਦਮੀ ਕੰਬ ਨਹੀਂ ਰਿਹਾ। ਤੁਹਾਥੋਂ ਪੁੱਛਿਆ ਜਾਂਦਾ ਹੈ ਤੁਸੀਂ ਕੱਪੜੇ ਕਿਸ ਰੰਗ ਦੇ ਪਾਏ ਨੇ, ਤੁਸੀਂ ਕਹਿੰਦੇ ਹੋ ਨੀਲੇ ਰੰਗ ਦੇ, ਅਜੇ ਵੀ ਕੰਬ ਨਹੀਂ ਰਿਹਾ, ਮਸ਼ੀਨ ਦੱਸਦੀ ਹੈ। ਫਿਰ ਅਜਿਹੇ 10-5 ਸਵਾਲ ਪੁੱਛੇ ਜਾਂਦੇ ਹਨ ਜਿਨ੍ਹਾਂ ਵਿੱਚ ਤੁਸੀਂ ਝੂਠ ਬੋਲ ਹੀ ਨਹੀਂ ਸਕਦੇ। ਫਿਰ ਤੁਹਾਥੋਂ ਪੁੱਛਿਆ ਜਾਂਦਾ ਹੈ ਕਿ ਤੁਸੀਂ ਚੋਰੀ ਕੀਤੀ ਹੈ। ਫਿਰ ਛਾਤੀ ਵਿੱਚ ਇੱਕਦਮ ਧੱਕਾ ਲੱਗਦਾ ਹੈ, ਹੇਠਾਂ ਯੰਤਰ ਵਿੱਚ ਵੀ ਧੱਕਾ ਲੱਗਦਾ ਹੈ। ਅੰਦਰ ਤੁਸੀਂ ਜਾਣਦੇ ਹੋ ਕਿ ਮੈਂ ਚੋਰੀ ਕੀਤੀ ਹੈ, ਉੱਪਰ ਤੁਸੀਂ ਕਹਿੰਦੇ ਹੋ ਨਹੀਂ ਕੀਤੀ। 2 ਹਿੱਸੇ ਹੋ ਗਏ ਤੁਹਾਡੇ। ਤੁਸੀਂ ਇਕੱਠੇ ਨਹੀਂ ਹੋ, ਉਸ ਵਕਤ ਵੰਡੇ ਗਏ ਹੋ, ਕਿਉਂਕਿ ਦੁਨੀਆ ਨੂੰ ਤੁਸੀਂ ਝੂਠ ਕਹਿ ਸਕਦੇ ਹੋ ਕਿ ਚੋਰੀ ਨਹੀਂ ਕੀਤੀ। ਆਪਣੇ ਆਪ ਨੂੰ ਕਿਵੇਂ ਝੂਠ ਕਹੋਗੇ? ਅੰਦਰ ਤੁਸੀਂ ਜਾਣਦੇ ਹੋ ਕਿ ਚੋਰੀ ਕੀਤੀ ਹੈ, ਬਾਹਰ ਤੁਸੀਂ ਕਹਿੰਦੇ ਹੋ ਕਿ ਚੋਰੀ ਨਹੀਂ ਕੀਤੀ। ਤੁਹਾਡੀਆਂ ਤਰੰਗਾਂ ਵੰਡੀਆਂ ਗਈਆਂ, ਹੇਠਾਂ ਗ੍ਰਾਫ ਕੱਟਿਆ ਗਿਆ, ਤੁਹਾਡੇ ਦਿਲ ਦੀ ਧੜਕਣ ਵੱਧ ਗਈ, ਤੁਹਾਡੇ ਹੱਥਾਂ ਪੈਰਾਂ ਦੀ ਬਿਜਲੀ ਧਾਰਾ ਗਤੀਮਾਨ ਹੋ ਗਈ। ਹੁਣ ਤੁਸੀਂ ਕੰਬਣ ਲੱਗੇ। ਹੁਣ ਤੁਸੀਂ ਜਾਣਦੇ ਹੋ ਕਿਤੇ ਮੈਂ ਫੜਿਆ ਨਾ ਜਾਵਾਂ, ਕਿਤੇ ਇਹ ਪੋਲ ਮੇਰੀ ਖੁੱਲ੍ਹ ਨਾ ਜਾਵੇ, ਕਿਤੇ ਕੋਈ ਗਵਾਹ ਨਾ ਮਿਲ ਜਾਵੇ। ਇਹ ਗੱਲ ਤਾਂ ਝੂਠ ਹੈ। ਹੁਣ ਤੁਸੀਂ ਬਚਾਅ ਵਿੱਚ ਪੈ ਗਏ, ਇਸ ਨੂੰ ਹੇਠਾਂ ਯੰਤਰ ਪਕੜ ਲਏਗਾ। ਜਦ ਤੁਸੀਂ ਝੂਠ ਬੋਲਦੇ ਹੋ ਤਦ ਤੁਸੀਂ ਕੰਬਦੇ ਹੋ। ਜਿੰਨਾ ਤੁਸੀਂ ਕੰਬਦੇ ਹੋ ਓਨਾ ਤੁਸੀਂ ਭੈ ਨੂੰ ਸ਼ਕਤੀ ਦਿੰਦੇ ਹੋ, ਕਿਉਂਕਿ ਭੈ ਹੈ ਕੰਬਣੀ। ਜਦ ਤੁਸੀਂ ਕ੍ਰੋਧ ਕਰਦੇ ਹੋ ਤਦ ਤੁਸੀਂ ਕੰਬਦੇ ਹੋ, ਜਦ ਤੁਸੀਂ ਨਫ਼ਰਤ ਕਰਦੇ ਹੋ ਤਦ ਤੁਸੀਂ ਕੰਬਦੇ ਹੋ। ਤੁਸੀਂ ਭੈ ਨੂੰ ਵਧਾ ਰਹੇ ਹੋ। ਇਸ ਤਰ੍ਹਾਂ ਜਿਹੜਾ ਘਿਰਨਾ ਨਾਲ ਭਰਿਆ ਹੈ, ਕ੍ਰੋਧ ਨਾਲ ਭਰਿਆ ਹੈ, ਵੈਰ ਨਾਲ ਭਰਿਆ ਹੈ, ਈਰਖਾ ਨਾਲ ਭਰਿਆ ਹੈ, ਉਹ ਭੈ ਨੂੰ ਵਧਾ ਰਿਹਾ ਹੈ। ਇਹ ਸਭ ਭੈ ਦੀ ਖੁਰਾਕ ਹਨ। ਸ਼ੀਲ ਦਾ ਅਰਥ ਹੈ ਭੈ ਦੀ ਖੁਰਾਕ ਤੋਂ ਬਚਣਾ। ਜਿਨ੍ਹਾਂ ਨਾਲ ਭੈ ਵੱਧਦਾ ਹੈ ਤੇ ਕੰਬਣੀ ਵੱਧਦੀ ਹੈ, ਉਸ ਤਰ੍ਹਾਂ ਦੇ ਕੰਮਾਂ ਵਿਚਾਰਾਂ ਤੋਂ ਬਚਣਾ ਤਾਂ ਜੋ ਕੰਬਣੀ ਘੱਟ ਹੋ ਜਾਵੇ। ਇਸ ਦੇ ਉਲਟ ਵੀ ਇੱਕ ਗੱਲ ਹੈ, ਕਿਉਂਕਿ ਕੁਝ ਚੀਜ਼ਾਂ ਹਨ ਜਿਨ੍ਹਾਂ ਨਾਲ ਕੰਬਣੀ ਵੱਧਦੀ ਹੈ ਤੇ ਕੁਝ ਚੀਜ਼ਾਂ ਹਨ ਜਿਨ੍ਹਾਂ ਨਾਲ ਕੰਬਣੀ ਘਟਦੀ ਹੈ। ਜੇ ਘਿਰਨਾ ਨਾਲ ਵੱਧਦੀ ਹੈ ਤਾਂ ਪ੍ਰੇਮ ਨਾਲ ਘਟਦੀ ਹੈ। ਇਸ ਲਈ ਜਦ ਅਸੀਂ ਗਹਿਰੇ ਪ੍ਰੇਮ ਵਿੱਚ ਹੁੰਦੇ ਹਾਂ ਤਾਂ ਭੈ ਨਹੀਂ ਪਕੜਦਾ। ਪ੍ਰੇਮੀ ਭੈਮਾਨ ਨਹੀਂ ਹੁੰਦੇ। ਜਿਹੜੇ ਇੱਕ ਦੂਜੇ ਕੋਲੋਂ ਭੈਮਾਨ ਹੁੰਦੇ ਨੇ ਉਹਨਾਂ ਦਰਮਿਆਨ ਕਦੇ ਪ੍ਰੇਮ ਹੁੰਦਾ ਹੀ ਨਹੀਂ। ਕੋਈ ਉਪਾਅ ਨਹੀਂ, ਕਿਉਂਕਿ ਭੈ ਤੇ ਪ੍ਰੇਮ ਦਾ ਕੋਈ ਸੰਬੰਧ ਨਹੀਂ। ਸਭ ਨਾਲ ਧੋਖਾ ਹੋ ਜਾਂਦਾ ਹੈ। ਘਿਰਨਾ ਨਾਲ ਕੰਬਣੀ ਵੱਧਦੀ ਹੈ। ਤੁਹਾਡਾ ਰੋਮ ਰੋਮ ਕੰਬ ਜਾਂਦਾ ਹੈ। ਤੁਸੀਂ ਅਸਲ ਵਿੱਚ ਕੰਬਣੀ ਮਹਿਸੂਸ ਕਰ ਸਕਦੇ ਹੋ। ਯੰਤਰਾਂ ਦੀ ਕੋਈ ਜ਼ਰੂਰਤ ਨਹੀਂ। ਕ੍ਰੋਧ ਵਿੱਚ ਤੁਸੀਂ ਕੰਬਦੇ ਹੋ। ਇਹ ਕੰਬਣੀ ਤੁਹਾਡੇ ਪੂਰੇ ਸਰੀਰ ਦੀ ਬਿਜਲੀ ਧਾਰਾ ਵਿੱਚ ਫੈਲ ਜਾਂਦੀ ਹੈ। ਪ੍ਰੇਮ ਵਿੱਚ ਤੁਸੀਂ ਸਥਿਰ ਹੁੰਦੇ ਹੋ, ਇੱਕ ਜਗ੍ਹਾ ਖੜ੍ਹੇ ਹੁੰਦੇ ਹੋ। ਪੱਛਮ ਦਾ ਇੱਕ ਮਨੋਵਿਗਿਆਨੀਆਂ ਦਾ ਸਮੂਹ ਕੁਝ ਬਾਂਦਰਾਂ ਉੱਤੇ ਪ੍ਰਯੋਗ ਕਰ ਰਿਹਾ ਸੀ। ਛੋਟੇ ਬਾਂਦਰ ਦੇ ਬੱਚਿਆਂ ਉੱਤੇ। ਪ੍ਰਯੋਗ ਨਿਰਾਲਾ ਹੈ। ਬੜੇ ਕੀਮਤੀ ਉਸ ਦੇ ਨਿਚੋੜ ਹਨ। ਉਹਨਾਂ ਨੇ ਇਹਨਾਂ ਛੋਟੇ ਬੱਚਿਆਂ ਦੀ ਖਾਤਰ 2 ਝੂਠੀਆਂ ਬਾਂਦਰੀਆਂ ਬਣਾਈਆਂ। ਉਹਨਾਂ ਦੀਆਂ ਮਾਵਾਂ ਦਾ ਕੰਮ ਕਰਨਗੀਆਂ ਉਹ ਝੂਠੀਆਂ ਬਾਂਦਰੀਆਂ। ਇੱਕ ਸੀ ਸਿਰਫ ਤਾਰਾਂ ਦੀ ਬਣੀ ਹੋਈ ਮਦੀਨ ਬਾਂਦਰੀ। ਹਿੱਕ ਤੇ ਥਣ ਸਨ। ਥਣਾਂ ਤੋਂ ਦੁੱਧ ਬੱਚਿਆਂ ਨੂੰ ਮਿਲਦਾ ਸੀ।
ਲੇਕਿਨ ਤਾਰਾਂ ਦਾ ਬਣਿਆ ਹੋਇਆ ਸੀ ਉਹਦੇ ਸਰੀਰ ਦਾ ਪੂਰਾ ਢਾਂਚਾ। ਦੂਜੀ ਮਦੀਨ ਸੀ, ਉਸ ਤੋਂ ਦੁੱਧ ਮਿਲਣ ਵਾਲਾ ਨਹੀਂ ਸੀ, ਪਰ ਉਹ ਉੱਨ ਨਾਲ ਬਣੀ ਹੋਈ ਸੀ, ਢਾਂਚਾ ਉੱਨ ਦਾ ਸੀ। ਅੰਦਰ ਉਸ ਦੇ ਬਿਜਲੀ ਚੱਲ ਰਹੀ ਸੀ, ਜਿਸ ਨਾਲ ਉਹ ਗਰਮ ਰਹਿੰਦੀ ਸੀ। ਬਾਂਦਰ ਦੁੱਧ ਪੀਣ ਤਾਂ ਚਲੇ ਜਾਂਦੇ ਸੀ ਤਾਰਾਂ ਵਾਲੀ ਮਾਂ ਕੋਲ, ਬਸ ਦੁੱਧ ਪੀ ਕੇ ਹਟ ਜਾਂਦੇ ਸੀ। ਉਸੇ ਵੇਲੇ ਚਲੇ ਜਾਂਦੇ ਸੀ ਉਸ ਮਾਂ ਕੋਲ ਜਿੱਥੇ ਉਹਨਾਂ ਨੂੰ ਗਰਮੀ ਦਾ ਅਹਿਸਾਸ ਹੁੰਦਾ ਸੀ, ਉਸੇ ਨਾਲ ਲਿਪਟੇ ਰਹਿੰਦੇ ਸੀ। ਅਨੁਭਵ ਇਹ ਹੋਇਆ, ਜੇ ਬਾਂਦਰਾਂ ਨੂੰ ਭੈਮਾਨ ਕਰ ਦਿੱਤਾ ਜਾਵੇ ਤਾਂ ਫਿਰ ਉਹ ਦੁੱਧ ਪੀਣ ਵੀ ਨਹੀਂ ਜਾਂਦੇ ਦੂਜੀ ਮਾਂ ਕੋਲ, ਭੁੱਖੇ ਰਹਿ ਸਕਦੇ ਨੇ। ਉਸ ਮਾਂ ਦੇ ਕੋਲ ਰਹਿੰਦੇ ਨੇ ਜਿਨ੍ਹਾਂ ਤੋਂ ਉਸ ਨੂੰ ਪ੍ਰੇਮ ਦਾ ਨਿੱਘ ਮਿਲਦਾ ਹੈ। ਤਾਰਾਂ ਵਾਲੀ ਮਾਂ ਦੇ ਕੋਲ ਉਹ ਕੰਬਦੇ ਰਹਿੰਦੇ ਨੇ, ਉੱਨ ਵਾਲੀ ਮਾਂ ਦੇ ਕੋਲ ਉਹ ਸ਼ਾਂਤ ਹੋ ਜਾਂਦੇ ਨੇ, ਉਹਨਾਂ ਦੀ ਕੰਬਣੀ ਬੰਦ ਹੋ ਜਾਂਦੀ ਹੈ। ਭਰੋਸਾ ਹੈ ਕਿ ਸਾਨੂੰ ਕਿਤੋਂ ਪ੍ਰੇਮ ਮਿਲ ਰਿਹਾ ਹੈ। ਕੋਈ ਪ੍ਰੇਮ ਨਹੀਂ ਉੱਥੇ, ਸਿਰਫ ਗਰਮੀ ਹੈ, ਲੇਕਿਨ ਭਰੋਸਾ ਹੈ, ਖਿਆਲ ਹੈ, ਉੱਥੇ ਪ੍ਰੇਮ ਦਾ ਨਿੱਘ ਹੈ। ਉਹ ਉਹਨਾਂ ਨੂੰ ਤਸੱਲੀ ਦਿੰਦਾ ਹੈ ਕਿ ਸਾਨੂੰ ਪ੍ਰੇਮ ਮਿਲ ਰਿਹਾ ਹੈ। ਫਿਰ ਇਹਨਾਂ ਮਨੋਵਿਗਿਆਨੀਆਂ ਨੇ ਕੁਝ ਬਾਂਦਰਾਂ ਨੂੰ ਤਾਰ ਵਾਲੀ ਮਾਂ ਕੋਲ ਹੀ ਵੱਡਾ ਕੀਤਾ, ਕੁਝ ਬਾਂਦਰਾਂ ਨੂੰ ਉੱਨ ਵਾਲੀ ਮਾਂ ਦੇ ਕੋਲ ਵੱਡਾ ਕੀਤਾ। ਉੱਨ ਵਾਲੀ ਮਾਂ ਦੇ ਕੋਲ ਜਿਹੜੇ ਬੱਚੇ ਵੱਡੇ ਹੋਏ ਉਹ ਘੱਟ ਭੈਮਾਨ ਹੁੰਦੇ ਸਨ। ਤਾਰਾਂ ਵਾਲੀ ਮਾਂ ਦੇ ਕੋਲ ਜਿਹੜੇ ਬੱਚੇ ਪੈਦਾ ਹੋਏ ਉਹ ਸਦਾ ਭੈਮਾਨ ਰਹਿੰਦੇ ਸੀ, ਸਦਾ ਹੀ ਕੰਬਦੇ ਰਹਿੰਦੇ ਸੀ, ਡਰੇ ਹੋਏ ਰਹਿੰਦੇ ਸੀ। ਪ੍ਰੇਮ ਦੇ ਛਿਣ ਵਿੱਚ ਭੈ ਘੱਟ ਹੁੰਦਾ ਹੈ। ਤੁਹਾਨੂੰ ਪ੍ਰੇਮ ਦੇ ਛਿਣ ਵਿੱਚ ਜੋ ਸੁਖਾਵਾ ਅਹਿਸਾਸ ਹੁੰਦਾ ਹੈ ਉਹ ਭੈ ਦੇ ਘੱਟ ਹੋਣ ਦਾ ਹੁੰਦਾ ਹੈ। ਜੇਕਰ ਪ੍ਰੇਮ ਅਸਲ ਵਿੱਚ ਪੂਰੀ ਗਹਿਰਾਈ 'ਤੇ ਪਹੁੰਚ ਜਾਵੇ ਤਾਂ ਮੌਤ ਵੀ ਭੈਮਾਨ ਨਹੀਂ ਕਰਦੀ ਪ੍ਰੇਮੀ ਨੂੰ। ਜੇ ਮੌਤ ਵੀ ਸਾਹਮਣੇ ਖੜੀ ਹੋਵੇ ਤਾਂ ਪ੍ਰੇਮੀ ਦੇ ਚਿੱਤ 'ਤੇ ਉਸ ਦਾ ਕੋਈ ਭੈ ਨਹੀਂ ਹੁੰਦਾ। ਪ੍ਰੇਮੀ ਮੌਤ ਵਿੱਚ ਵੀ ਸ਼ਾਂਤੀ ਨਾਲ ਜਾ ਸਕਦਾ ਹੈ, ਬਿਨਾਂ ਭੈਮਾਨ ਹੋਇਆ। ਸੋ ਘਿਰਣਾ ਹੈ ਸ਼ੀਲ ਦੇ ਉਲਟ ਪ੍ਰੇਮ ਹੈ ਸ਼ੀਲ। ਕ੍ਰੋਧ ਸ਼ੀਲ ਦੇ ਉਲਟ ਹੈ, ਅਕਰੋਧ ਖਿਮਾ ਸ਼ੀਲ ਤੁਸੀਂ ਖੋਜ ਲੈਣਾ। ਜਿਸ ਨਾਲ ਤੁਹਾਡੀ ਕੰਬਣੀ ਵੱਧਦੀ ਹੈ ਉਹ ਸ਼ੀਲ ਨਹੀਂ ਹੈ, ਜਿਸ ਨਾਲ ਤੁਹਾਡੀ ਕੰਬਣੀ ਘਟਦੀ ਹੈ ਉਹ ਭੈ ਮਿਟਦਾ ਹੋਵੇਗਾ, ਉਹ ਸ਼ੀਲ ਹੈ। ਜੇ ਮਹਾਵੀਰ ਤੇ ਬੁੱਧ ਅਭੈ ਹਨ ਤਾਂ ਅਭੈ ਹੋਣ ਦਾ ਕਾਰਨ ਇਹ ਨਹੀਂ ਤੁਸੀਂ ਉਹਨਾਂ ਨੂੰ ਛੁਰਾ ਮਾਰੋ, ਉਹ ਮਰਨਗੇ ਨਹੀਂ, ਮਰ ਹੀ ਜਾਣਗੇ। ਤੁਸੀਂ ਉਹਨਾਂ ਨੂੰ ਜ਼ਹਿਰ ਦੇ ਦਿਓ, ਉਹ ਨਹੀਂ ਮਰਨਗੇ, ਉਹ ਮਰ ਹੀ ਜਾਣਗੇ। ਅਭੈ ਇਸ ਗੱਲ ਦਾ ਹੈ ਕਿ ਉਹਨਾਂ ਨੂੰ ਜਿਨ੍ਹਾਂ ਚੀਜ਼ਾਂ ਤੋਂ ਕੰਬਣੀ ਪੈਦਾ ਹੁੰਦੀ ਸੀ ਉਹਨਾਂ ਦੇ ਖੁਰਾਕ ਦੇ ਸੋਮੇ ਉਹਨਾਂ ਨੇ ਖਤਮ ਕਰ ਦਿੱਤੇ। ਭੈ ਨੂੰ ਵੀ ਖੁਰਾਕ ਚਾਹੀਦੀ ਹੈ, ਅਸੀਂ ਭੈ ਨੂੰ ਇਕੱਠਾ ਕਰ ਲੈਂਦੇ ਹਾਂ, ਖੁਰਾਕ ਵੀ ਦੇ ਰਹੇ ਹਾਂ। ਮੇਰੇ ਕੋਲ ਲੋਕ ਆਉਂਦੇ ਨੇ, ਕਹਿੰਦੇ ਨੇ ਭੈ ਤੋਂ ਛੁੱਟਣਾ ਹੈ, ਪਰ ਜੇ ਮੈਂ ਉਹਨਾਂ ਨੂੰ ਕਹਾਂ ਕ੍ਰੋਧ ਤੋਂ, ਘਿਰਣਾ ਤੋਂ, ਈਰਖਾ ਤੋਂ ਛੁੱਟਣਾ ਪਵੇਗਾ, ਕ੍ਰੋਧ ਤੋਂ ਸਿੱਧਾ ਨਹੀਂ ਛੁੱਟਿਆ ਜਾ ਸਕਦਾ, ਭੈ ਤੋਂ ਸਿੱਧੇ ਨਹੀਂ ਛੁੱਟਿਆ ਜਾ ਸਕਦਾ। ਭੈ ਤੋਂ ਛੁੱਟਣਾ ਚਾਹੋ, ਭੈ ਦੀ ਸਾਰੀ ਖੁਰਾਕ ਜਟਾਉਂਦੇ ਰਹੋ ਤਾਂ ਛੁੱਟਣਾ ਕਿਵੇਂ ਹੋ ਸਕਦਾ ਹੈ? ਤਾਂ ਤੁਸੀਂ ਆਪਣੇ ਹੀ ਵਰਖਲਾਫ ਕੰਮ ਵਿੱਚ ਲੱਗੇ ਹੋ। ਬੁੱਧ ਨੇ ਸ਼ੀਲ ਨੂੰ ਸੁਰੱਖਿਆ ਕਿਹਾ ਹੈ। ਸ਼ੀਲ ਵਿੱਚ ਸੱਚ, ਪ੍ਰੇਮ, ਕਰੁਣਾ, ਖਿਮਾ ਸਭ ਆ ਜਾਂਦੇ ਨੇ। ਉਹ ਸਾਰੇ ਗੁਣ ਜੋ ਤੁਹਾਡੇ ਅੰਦਰ ਤੋਂ ਭੈ ਨੂੰ ਵਿਸਰਜਿਤ ਕਰਦੇ ਹਨ। ਸ਼ੀਲ ਦੀ ਅਣਹੋਂਦ ਹੋਵੇ ਤਾਂ ਯਾਤਰੀ ਦੇ ਕਦਮ ਡਿਗਮਗਾਉਂਦੇ ਹਨ। ਚਟਾਨੀ ਰਾਹ 'ਤੇ ਕਰਮ ਦੇ ਪੱਥਰ ਉਸ ਦੇ ਪੈਰਾਂ ਨੂੰ ਲਹੂ ਲੁਹਾਨ ਕਰ ਦਿੰਦੇ ਹਨ। ਇਸ ਲਈ ਧਿਆਨ ਰੱਖਣਾ, ਧਰਮ ਦੇ ਲਈ ਸ਼ੀਲ ਦਾ ਮੁੱਲ ਨੀਤੀ ਦਾ ਮੁੱਲ ਨਹੀਂ ਹੈ। ਇਸ ਲਈ ਨਹੀਂ ਸੱਚ ਬੋਲਣਾ ਕਿ ਝੂਠ ਬੋਲਣਾ, ਇਸ ਨਾਲ ਦੂਜਿਆਂ ਨੂੰ ਹਾਨੀ ਹੁੰਦੀ ਹੈ। ਇਸ ਦਾ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਹ ਨੈਤਿਕ ਵਿਵਸਥਾ ਦੀ ਗੱਲ ਹੈ, ਸੱਚ ਜਾਂ ਝੂਠ। ਧਰਮ ਉਨਾ ਹੀ ਸ਼ਬਦਾਂ ਦਾ ਉਪਯੋਗ ਕਰਦਾ ਹੈ, ਲੇਕਿਨ ਉਸ ਦਾ ਮਕਸਦ ਭਿੰਨ ਹੈ। ਧਰਮ ਕਹਿੰਦਾ ਹੈ ਕਿ ਇਸ ਲਈ ਝੂਠ ਨਾ ਬੋਲਣਾ, ਝੂਠ ਬੋਲੇ ਕਿ ਤੁਸੀਂ ਕੰਬੇ ਕਿ ਅੱਗੇ ਦੀ ਯਾਤਰਾ ਅਸੰਭਵ ਹੋ ਗਈ। ਇਸ ਦਾ ਦੂਜੇ ਨਾਲ ਕੋਈ ਸੰਬੰਧ ਨਹੀਂ, ਦੂਜੇ ਨੂੰ ਲਾਭ ਹੋ ਜਾਏਗਾ ਪਰ ਮਕਸਦ ਉਹ ਨਹੀਂ ਹੋਵੇਗਾ। ਤੁਸੀਂ ਝੂਠ ਬੋਲੇ ਕਿ ਕੰਬੇ, ਫਿਰ ਇੰਨਾ ਕੰਬਦੇ ਪੈਰਾਂ ਨਾਲ ਉਸ ਪਰਬਤ ਸਿਖਰ ਉੱਤੇ ਨਹੀਂ ਜਾਇਆ ਜਾ ਸਕਦਾ ਜੋ ਕਿ ਪਰਮ ਅਨੁਭਵ ਹੈ। ਉਸ ਦੇ ਬਿਨਾਂ ਜੀਵਨ ਸਦਾ ਨਰਕ ਬਣਿਆ ਰਹੇਗਾ। ਕ੍ਰੋਧ ਨਾਲ ਦੂਜਿਆਂ ਦੀ ਹਾਨੀ ਹੁੰਦੀ ਜ਼ਰੂਰ ਹੈ, ਲੇਕਿਨ ਕ੍ਰੋਧ ਨਹੀਂ ਕਰੋਗੇ ਦੂਜੇ ਨੂੰ ਲਾਭ ਹੋਵੇਗਾ, ਉਹ ਵੀ ਨਿਸ਼ਚਿੰਤ ਹੈ।
पर धर्म दे लई वो मकसद नहीं है, वो नगूणा है, बाई प्रोडक्टड है, उप उपज है। एक आदमी कणक बीजदा है, तूड़ी भी पैदा हो जाती है। तूड़ी पैदा करन खातर कणक कोई नहीं बीजदा, कणक पैदा करन ही खातर ही कणक बीजी जाती है, तूड़ी भी पैदा हो जाती है, वो वक्खरी गल है। ठीक तूड़ी ਜਿਹੀ नीति है धर्म ਦੇ ਲਈ, ਉਹ पैदा ਹੁੰਦੀ है पर वो निशाना नहीं है। निशाना तुसी ही हो, तद धर्म ਵਿੱਚ ਵਿਗਿਆਨਿਕ इंतजाम हो जाता है, तद मामला साफ है। इस ਲਈ नहीं कहते कि तुहानू कि क्रोध ना करो, कि दूजे नू दुख देना बुरी गल है, दूजिਆਂ ਨੂੰ दुख देओगे तो नरक चले जाओगे, नहीं। इस ਲਈ क्रोध ना करो कि क्रोध के कारण तुसी हुणे नरक विचों, ऐसे वक्त नरक विचों चले जाओगे। ये फजूल की गल है, वो भी तरकीब है साडी। इस नूं अगे रखांगे तो उपाय बन सकता है धर्म विच प्रवेश करन दा, पर यह गल फालतू है, सिर्फ फालतू। विच विचाले कुछ क्रोध कर लवांगे, माफ़ी मंग लवांगे, इस तो पहला कि नरक जाइए, खिमा मंग लवांगे, कसम खा लवांगे, वर्त लै लवांगे, कुछ पुण्य कर लवांगे, कुछ दान कर लवांगे, तीर्थ यात्रा कर आवांगे, जानी इस तो पहला कि नरक विच धक्क दिते जाइए, असीं अपने ही कोई इंतजाम कर लवांगे समा जेकर मिले सानूं तां। लेकिन मैं तुहानूं कहंदा समा बिल्कुल नहीं है, समा है ही नहीं है। क्रोध कीता कि तुसीं नरक विच हो, हुणे नरक विच हो, दोनां दे विचाले गुंजाइश ही नहीं है छिन भर दी भी। प्रेम कीता तुसीं स्वर्ग विच हो, दोवां दे दरम्यान थां है नहीं है। साधक दे लई तां दृष्टि इस उत्ते ही टिकाई रखनी है। इस खोज विच दुख दे पार लै जाण वाली खोज विच कौन उस दे पैरां नूं मजबूत करेगा, कि उस दे कदमां नूं मजबूती देवेगा। वो नीति है, वो शील है। वो साधक अपने कदमां नूं दृढ़ कर, शांति विच अपनी आत्मा नूं नहा, क्योंकि हुण तू उस दे नां दे द्वार ते पहुँच रहा है। बल अते धीरज दा द्वार, अपने कदमां नूं दृढ़ कर। इस दा मतलब इन्ना ही है, अजिहा कुछ भी ना कर जिस नाल तू कम्मी, अजिहा कुछ कर जिस नाल तैनूं कम्मणी होवे ही ना, तू ठहर सके, खड़ा हो सके। कदमां विच बल होवे तेरे, शरीरक गल नहीं, ये कदमां विच बल आत्मिक गल है। वो जो पैरां उत्ते खड़े होण दा बल है इस राह उत्ते, वो तदे आएगा जद मेरे अंदर कंबदी हुई आत्मा अणकंब हो जाए। जिमें कि किसी घर विच जिथे हवा आउण दा उपा ना होवे, कोई दीवा जगदा होवे, उसकी लो अणकंब जगदी होवे, उस तरह जद मेरे अंदर अणकंब भाव दिशा बने तां ही मेरे कदमां विच बल होवेगा इस राह उत्ते। संसार दे राह लई बहुत अड़चन नहीं है, उत्थे कम दे कदमां नाल आराम नाल तुरिया जा सकता है। सच तां यह है कि उत्थे जिन्ने कम दे कदम होण उन्नी यात्रा सौखी है। संसार दे राह ते कम दे कदम ठीक हैं, वो पूरा राह ही कंब रहा है, उत्थे कदमां नूं ठहराउण दा उपाय ही नहीं है। उत्थे जिन्ने तुहाडे कम कंबदे हन, तुसीं उन्ना तेजी नाल यात्रा करदे हो। उत्थे ठहरे हुए आदमी की कोई गति नहीं है, उत्थे तां नसदे भजदे आदमी की गति है। लेकिन संसार दे पार उसनूं असीं सच कहिए, मुक्ति कहिए, परमात्मा कहिए, जो भी ना दईए, उस दी तरफ जाण वाले आदमी दे कदम अणकंब चाहीदे हन। किवें होणगे अणकंब? धीरज नाल। असीं कम क्यों जांदे इन्नी छेती? धीरज की बड़ी कमी है, थोड़ी भी उड़ीक नहीं कर पाते, रत्ती भर भी नहीं, पल भर भी नहीं। साडी हालत उस तरह की है जिवें छोटे बच्चे अंब की गुठली बीज दिंदे हन जमीन विच, लेकिन घड़ी अद्धी घड़ी विच पुट के फिर देखते हैं कि अंकुर आया है या नहीं आया। अंकुर कदे नहीं आवेगा उत्थे, क्योंकि उन्होंने 10 वार कढ़ के देख लई गुठली। अंकुर आ सकता सी 1-2 महीने की उड़ीक विच, पानी देना जरूरी सी, गुठली छुपी रहे जमीन के गर्भ विच, ये जरूरी सी। उसनूं बार-बार कढ़ लेना खतरनाक है। असीं सब छोटे बच्चे ही हाँ अध्यात्म के जगत विच। मेरे कोल लोग आउंदे हन, वो कहंदे हन 3 दिन हो गए अज ध्यान करदिआं नूं, अजे कुछ नहीं होया।
ਇਹ ਗੁਠਲੀ ਨੂੰ ਕੱਢ ਕੱਢ ਕੇ ਦੇਖਣ ਵਾਲਾ ਹੀ ਮਸਲਾ ਹੈ। ਇਹ ਤਾਂ ਰਾਹ ਬਣਾ ਰਹੇ ਹੋ ਤੁਸੀਂ ਕਿ ਅਜੇ ਨਹੀਂ ਹੋ ਸਕੇਗਾ, 3 ਦਿਨਾਂ ਵਿੱਚ ਵੀ ਹੋ ਸਕਦਾ ਹੈ, ਲੇਕਿਨ ਤਦ ਬਹੁਤ ਧੀਰਜ ਚਾਹੀਦਾ ਹੈ। 3 ਜਨਮਾਂ ਵਿੱਚ ਵੀ ਨਹੀਂ ਹੋਵੇਗਾ ਜੇ ਧੀਰਜ ਦੀ ਕਮੀ ਹੋਵੇਗੀ। ਧੀਰਜ ਯਤਨ ਨੂੰ ਗਹਿਰਾਈ ਦੇ ਦਿੰਦਾ ਹੈ, ਅਧੀਰਜ ਉਥਲਾਪਨ ਲਿਆ ਦਿੰਦਾ ਹੈ। ਅਧੀਰਜ ਦੀ ਵਜ੍ਹਾ ਨਾਲ ਅਸੀਂ ਉੱਪਰ ਹੀ ਉੱਪਰ ਰਹਿ ਜਾਂਦੇ ਹਾਂ। ਧੀਰਜ ਤੀਬਰਤਾ ਦਿੰਦਾ ਹੈ, ਗਹਿਰਾਈ ਵਿੱਚ ਉਤਰਨ ਦੀ ਸੰਭਾਵਨਾ ਵੱਧ ਜਾਂਦੀ ਹੈ। ਮਹਾਕਸ਼ਪ ਬੁੱਧ ਦੇ ਕੋਲ ਆਏ ਤਾਂ ਬੁੱਧ ਤੋਂ ਮਹਾਕਸ਼ਪ ਨੇ ਪੁੱਛਿਆ ਕਿੰਨਾ ਸਮਾਂ ਲੱਗੇਗਾ, ਕਦ ਆਏਗੀ ਉਹ ਘੜੀ ਜਦ ਮੈਂ ਬੁੱਧ ਹੋ ਜਾਵਾਂਗਾ। ਬੁੱਧ ਨੇ ਕਿਹਾ ਜੇ ਤੂੰ ਦੁਬਾਰਾ ਪੁੱਛਿਆ ਤਾਂ ਬਹੁਤ ਸਮਾਂ ਲੱਗ ਜਾਏਗਾ, ਫਿਰ ਮੈਂ ਵੀ ਤੇਰੀ ਕੋਈ ਸਹਾਇਤਾ ਨਹੀਂ ਕਰ ਸਕਦਾ। ਅਜੇ ਤੂੰ ਖਿਮਾ ਕਰਨ ਯੋਗ ਹੈ, ਮਾफ़ ਕਰਨ ਯੋਗ ਹੈ, ਨਵਾਂ ਪਹਿਲੀ ਦਫਾ ਆਇਆ, ਪੁੱਛ ਲਿਆ ਤਾਂ ਕੋਈ ਹਰਜ ਨਹੀਂ, ਹੁਣ ਦੁਬਾਰਾ ਨਾ ਪੁੱਛੀ ਤਾਂ ਛੇਤੀ ਹੋ ਸਕਦੀ ਹੈ ਗੱਲ। ਫਿਰ ਮਹਾਕਸ਼ਪ ਦਾ ਦੂਸਰਾ ਹੀ ਜ਼ਿਕਰ ਹੈ, ਬਸ 2 ਹੀ ਜ਼ਿਕਰ ਹਨ ਬੁੱਧ ਦੇ ਜੀਵਨ ਵਿੱਚ ਮਹਾਕਸ਼ਪ ਦੇ। ਉਹ ਉਹਨਾਂ ਦਾ ਸਭ ਤੋਂ ਕੀਮਤੀ ਸ਼ਿਸ਼ ਸੀ। ਇੱਕ ਇਹ ਕਿ ਵਰ੍ਹਿਆਂ ਪਿੱਛੋਂ, ਕੋਈ 40 ਵਰ੍ਹਿਆਂ ਪਿੱਛੋਂ ਇੱਕ ਦਿਨ ਬੁੱਧ ਆ ਕੇ ਮੌਨ ਵਿੱਚ ਬੈਠ ਗਏ ਮੰਚ ਉੱਤੇ। ਉਹਨਾਂ ਦੇ ਹੱਥ ਵਿੱਚ ਇੱਕ ਕਮਲ ਦਾ ਫੁੱਲ ਹੈ। ਉਹ ਫੁੱਲ ਨੂੰ ਦੇਖੀ ਚਲੇ ਜਾ ਰਹੇ ਨੇ, ਦੇਖੀ ਚਲੇ ਜਾ ਰਹੇ ਨੇ। ਹਜ਼ਾਰਾਂ ਲੋਕ ਉੱਥੇ ਇਕੱਠੇ ਹੋਏ ਹਨ, ਸੁਣਨਾ ਚਾਹੁੰਦੇ ਹਨ ਬੁੱਧ ਦੇ ਬੋਲ। ਬੁੱਧ ਮੌਨ ਬੈਠੇ ਨੇ, ਫੁੱਲ ਨੂੰ ਦੇਖੀ ਚਲੇ ਜਾਂਦੇ ਨੇ। ਅਜਿਹਾ ਕਦੇ ਨਹੀਂ ਹੋਇਆ ਸੀ ਪਹਿਲਾਂ। ਆਖਿਰ ਕਿਸੇ ਨੇ ਖੜੇ ਹੋ ਕੇ ਕਿਹਾ ਇਹ ਕਦ ਤੱਕ ਚੱਲੇਗਾ, ਅਸੀਂ ਸੁਣਨ ਆਏ ਹਾਂ ਤੁਹਾਨੂੰ ਦੂਰੋਂ ਦੂਰੋਂ, ਤੁਸੀਂ ਚੁੱਪ ਬੈਠੇ ਹੋ। ਤਾਂ ਬੁੱਧ ਨੇ ਕਿਹਾ ਮੈਂ ਜੋ ਸ਼ਬਦਾਂ ਨਾਲ ਕਹਿ ਸਕਦਾ ਸੀ ਉਹ ਕਹਿ ਚੁੱਕਾ। ਅੱਜ ਮੈਂ ਜੋ ਕਹਿ ਰਿਹਾ ਉਹ ਸ਼ਬਦਾਂ ਨਾਲ ਨਹੀਂ ਕਿਹਾ ਜਾ ਸਕਦਾ। ਜੇ ਕੋਈ ਸਮਝਦਾ ਹੋਵੇ ਇਸ਼ਾਰੇ ਨਾਲ ਤਾਂ ਉਹ ਮੈਨੂੰ ਇਸ਼ਾਰਾ ਕਰੇ। ਹਜ਼ਾਰਾਂ ਲੋਕ ਇਕੱਠੇ ਸਨ, ਸਨਾਟਾ ਛਾ ਗਿਆ। ਸ਼ਬਦਾਂ ਦੀ ਸਮਝ ਆਉਂਦੀ ਹੈ ਸਾਨੂੰ, ਨਿਰਸ਼ਬਦ ਕਿੱਥੋਂ ਸਮਝ ਆਉਣਗੇ। ਲੇਕਿਨ ਇਸ ਖੜਖੜਾਹਟ ਦੀ ਭੀੜ ਵਿੱਚੋਂ ਇੱਕ ਗੂੰਜ ਉੱਠੀ। ਬੁੱਧ ਨੇ ਕਿਹਾ ਜਾਪਦਾ ਹੈ ਮਹਾਕਸ਼ਪ ਫੜੋ ਉਸ ਨੂੰ, ਭੱਜ ਨਾ ਜਾਵੇ। 40 ਸਾਲ ਪਹਿਲਾਂ ਇਸ ਆਦਮੀ ਦੀ ਮੈਂ ਬਾਣੀ ਸੁਣੀ ਸੀ, ਅੱਜ ਇਸ ਦਾ ਹਾਸਾ ਸੁਣਿਆ। ਬੁੱਧ ਨੇ ਕਿਹਾ ਮਹਾਕਸ਼ਪ ਕਿਉਂ ਹੱਸਦਾ ਹੈ ਤੂੰ, ਕੀ ਹੋਇਆ ਤੈਨੂੰ? ਤਾਂ ਮਹਾਕਸ਼ਪ ਨੇ ਕਿਹਾ ਜਿਸ ਦੀ ਉਡੀਕ ਕਰ ਰਿਹਾ ਸੀ ਉਹ ਹੋ ਗਿਆ, ਸ਼ਬਦਾਂ ਨਾਲ ਨਹੀਂ ਹੋਇਆ, ਤੁਹਾਡੇ ਮੌਨ ਨਾਲ ਹੋ ਗਿਆ। ਤਾਂ ਬੁੱਧ ਨੇ ਕਿਹਾ ਉਹ ਫੁੱਲ ਜੋ ਉਹਨਾਂ ਦੇ ਹੱਥ ਵਿੱਚ ਸੀ ਉਹ ਮਹਾਕਸ਼ਪ ਨੂੰ ਦੇ ਦਿੱਤਾ। ਕਿਹਾ ਮੈਂ ਜੋ ਸ਼ਬਦਾਂ ਨਾਲ ਦੇ ਸਕਦਾ ਸੀ ਦੇ ਦਿੱਤਾ ਸਭ ਨੂੰ, ਜੋ ਮੈਂ ਸ਼ਬਦਾਂ ਨਾਲ ਨਹੀਂ ਦੇ ਸਕਦਾ ਸੀ ਉਹ ਮੈਂ ਮਹਾਕਸ਼ਪ ਨੂੰ ਦਿੰਦਾ ਹਾਂ। ਫਿਰ ਮਹਾਕਸ਼ਪ ਦੀ ਇੱਕ ਅਲੱਗ ਪਰੰਪਰਾ ਬਣੀ, ਉਹਨਾਂ ਦੇ ਸ਼ਿਸ਼ ਅਲੱਗ ਬਣੇ, ਜਿਸ ਵਿੱਚ ਮੌਨ ਹੱਥੋਂ ਹੱਥੀ ਵਟਾਂਦਰੇ ਦੀ ਵਿਵਸਥਾ ਹੋ ਗਈ। ਉਸ ਵਿੱਚ 28 ਮਹਾਂਗੁਰੂ ਹੋਏ। ਸ਼ਿਸ਼ ਨੂੰ ਤਦੇ ਦਾਨ ਮਿਲਦਾ ਸੀ ਉਸ ਗਿਆਨ ਦਾ ਜਦੋਂ ਇਸ ਧੀਰਜ ਦੀ ਘੜੀ ਵਿੱਚ ਆ ਜਾਂਦਾ ਸੀ। ਵਰ੍ਹਿਆਂ ਤੀਕ ਸ਼ਾਂਤੀ ਉਡੀਕ ਜਰਾ ਵੀ ਅਧੀਰਜ ਨਹੀਂ ਸੀ ਹੋਇਆ। ਕਦ ਹੋਣ ਦਾ ਸਵਾਲ ਹੀ ਨਹੀਂ, ਨਾ ਵੀ ਹੋਵੇ ਤਾਂ ਵੀ ਚੱਲਦਾ ਸੀ। ਜਦ ਇਸ ਅਵਸਥਾ ਵਿੱਚ ਕੋਈ ਸ਼ਿਸ਼ ਆ ਗਿਆ ਤਾਂ ਫਿਰ ਮਹਾਕਸ਼ਪ ਦੀ ਪਰੰਪਰਾ ਦਾ ਸੂਤਰ ਮਿਲਿਆ। ਬੌਧ ਧਰਮ ਉਸ ਵਿੱਚ 28ਵਾਂ ਗੁਰੂ ਹੋਇਆ ਮਹਾਕਸ਼ਪ ਦੇ ਬਾਅਦ, ਤੇ ਕਹਿੰਦੇ ਹਨ ਬੌਧ ਧਰਮ ਭਾਰਤ ਭਰ ਵਿੱਚ ਘੁੰਮਿਆ ਪਰ ਕੋਈ ਆਦਮੀ ਨਾ ਮਿਲ ਸਕਿਆ ਜੋ ਇੰਨਾ ਧੀਰਜਵਾਨ ਹੋਵੇ, ਜਿਸ ਨੂੰ ਉਹ ਮੌਨ ਵਿੱਚ ਕੁਝ ਕਹੇ ਤੇ ਉਹ ਲੈ ਲਵੇ। ਉਸ ਨੂੰ ਚੀਨ ਜਾਣਾ ਪਿਆ। ਤਦ ਚੀਨ ਵਿੱਚ 6 ਗੁਰੂਆਂ ਦੀ ਪਰੰਪਰਾ ਚੱਲੀ, ਲੇਕਿਨ ਫਿਰ 7ਵਾਂ ਆਦਮੀ ਨਹੀਂ ਖੋਜਿਆ ਗਿਆ। ਉਹ ਜੋ ਫੁੱਲ ਬੁੱਧ ਨੇ ਮਹਾਕਸ਼ਪ ਨੂੰ ਦਿੱਤਾ ਸੀ ਉਹ ਵੱਡਾ ਪੁਰਸਕਾਰ ਸੀ ਮਹਾਕਸ਼ਪ ਦੇ ਲਗਾਤਾਰ ਮੌਨ ਦਾ, ਧੀਰਜ ਦਾ, ਚੁੱਪ ਦਾ, ਉਡੀਕ ਦਾ। ਇਸ ਪੰਥ ਉੱਤੇ ਜਿਹੜੇ ਯਾਤਰਾ ਕਰਦੇ ਨੇ ਉਹ ਧੀਰਜ ਦੇ ਸਤਵ ਵਿੱਚ ਉਹਨਾਂ ਨੂੰ ਆਪਣੀ ਆਤਮਾ ਨੂੰ ਨਹਾਉਣਾ ਪਵੇਗਾ, ਉਹਨਾਂ ਨੂੰ ਅਨੰਤ ਉਡੀਕ ਦੀ ਤਿਆਰੀ ਕਰਨੀ ਪਵੇਗੀ। ਅਜਿਹਾ ਨਹੀਂ, ਉਹਨਾਂ ਨੂੰ ਅਨੰਤ ਉਡੀਕ ਕਰਨੀ ਪਵੇਗੀ। ਇਹ ਉਲਟੀ ਗੱਲ ਹੋ ਗਈ। ਅਨੰਤ ਉਡੀਕ ਦੀ ਤਿਆਰੀ ਹੋਵੇਗੀ ਤਾਂ ਛਿਣ ਭਰ ਵਿੱਚ ਵੀ ਹੋ ਸਕਦਾ ਹੈ, ਇਸੇ ਛਿਣ ਨੂੰ ਪਾਉਣ ਦੀ ਚੇਸ਼ਟਾ ਹੋਵੇਗੀ ਤਾਂ ਅਨੰਤ ਵਿੱਚ ਵੀ ਨਹੀਂ ਹੋਵੇਗਾ। ਹੋਣ ਦਾ ਰਾਹ ਇਹੀ ਹੈ ਕਿ ਮੈਂ ਰਾਜ਼ੀ ਹਾਂ ਉਡੀਕ ਦੇ ਲਈ, ਧੀਰਜ ਦੇ ਲਈ। ਰੋਕਣ ਦਾ ਉਪਾਅ ਇਹੀ ਹੈ ਕਿ ਹੁਣੇ ਹੋਵੇ।
ਜੀਵਨ ਵਿੱਚ ਜੋ ਵੀ ਉਚੇਰਾ ਹੈ ਉਹ ਅਸੀਂ ਐਵੇਂ ਹੀ ਗਵਾ ਦਿੰਦੇ ਹਾਂ। ਅਧੀਰਜ ਦੇ ਨਾਲ ਉਸ ਦਾ ਕੋਈ ਸੰਬੰਧ ਨਹੀਂ। ਜੋ ਵੀ ਮਹਾਨ ਹੈ ਜੀਵਨ ਵਿੱਚ, ਉਸ ਦੀ ਪਾਤਰਤਾ ਲਈ ਓਨੀ ਹੀ ਮਹਾਨ ਉਡੀਕ ਚਾਹੀਦੀ ਹੈ। ਅਸੀਂ ਪਰਮਾਤਮਾ ਨੂੰ ਇਉਂ ਚਾਹੁੰਦੇ ਹਾਂ ਜਿਵੇਂ ਬਾਜ਼ਾਰ ਵਿੱਚ ਗਏ ਹੋਈਏ ਅਤੇ ਕੋਈ ਸਮਾਨ ਖਰੀਦ ਲਿਆਈਏ। ਪਰਮਾਤਮਾ ਕੋਈ ਵਸਤੂ ਤਾਂ ਨਹੀਂ ਹੈ। ਪਰਮਾਤਮਾ ਇੱਕ ਭਾਵ ਦਿਸ਼ਾ ਹੈ, ਵਸਤੂ ਨਹੀਂ। ਧੀਰਜ, ਅਨੰਤ ਧੀਰਜ ਹੀ ਤੁਹਾਡੇ ਵਿੱਚ ਉਸ ਭਾਵ ਦਿਸ਼ਾ ਨੂੰ ਪੈਦਾ ਕਰ ਦਿੰਦਾ ਹੈ ਜਿਸ ਨੂੰ ਅਸੀਂ ਪਰਮਾਤਮਾ ਕਹਿੰਦੇ ਹਾਂ। ਕੋਈ ਆਉਂਦਾ ਨਹੀਂ ਬਾਹਰੋਂ, ਤੁਸੀਂ ਹੀ ਮੌਨ ਦੀ ਉਡੀਕ ਕਰਦੇ ਕਰਦੇ ਪਰਮਾਤਮਾ ਹੋ ਜਾਂਦੇ ਹੋ। ਇਹ ਕਾਲੀ ਹੁਣੇ ਹੋ ਜਾਵੇ ਤੁਹਾਡੇ ਅੰਦਰ ਉਪੱਦਰ ਮਚਾਈ ਰੱਖਦੀ ਹੈ। ਤੂਫਾਨ ਚੱਲਦਾ ਹੈ, ਧੀਰਜ ਵਿੱਚ ਤੂਫਾਨ ਆਪਣੇ ਆਪ ਖਲੋ ਜਾਂਦਾ ਹੈ। ਬੁੱਧ ਦਾ ਬਹੁਤ ਜ਼ੋਰ ਸੀ, ਮਹਾਵੀਰ ਦਾ ਬਹੁਤ ਜ਼ੋਰ ਸੀ ਧੀਰਜ ਉੱਤੇ। ਦੁਨੀਆ ਵਿੱਚ ਕੋਈ ਵੀ ਅਧਿਆਤਮ ਦੀ ਧਾਰਾ ਨਹੀਂ ਜਿੱਥੇ ਧੀਰਜ ਉੱਤੇ ਜ਼ੋਰ ਨਾ ਹੋਵੇ। ਤੁਸੀਂ ਪੁੱਛਿਆ ਕਦ ਹੋਵੇਗਾ? ਜਾਣ ਲੈਣਾ ਕਦੇ ਨਹੀਂ ਹੋਵੇਗਾ। ਤੁਸੀਂ ਚੁੱਪ ਰਹੇ, ਮਨ ਵਿੱਚ ਇਹ ਸਵਾਲ ਹੀ ਨਾ ਉੱਠੇ ਕਦ ਹੋਵੇਗਾ। ਹੁਣੇ ਵੀ ਹੋ ਸਕਦਾ ਹੈ, ਇਸੇ ਛਿਣ ਵੀ ਹੋ ਸਕਦਾ ਹੈ। ਧੀਰਜ ਦੇ ਸੱਤਰ ਵਿੱਚ ਆਪਣੀ ਆਤਮਾ ਨੂੰ ਨਹਾ 24 ਘੰਟੇ ਜਿੱਥੇ ਤੱਕ ਬਣ ਸਕੇ, ਜਿਸ ਗੱਲ ਵਿੱਚ ਬਣ ਸਕੇ ਧੀਰਜ ਰੱਖਣਾ। ਜੇਕਰ ਥੋੜ੍ਹੇ ਜਿਹੇ ਧੀਰਜ ਦਾ ਤੁਹਾਨੂੰ ਅਨੁਭਵ ਹੋ ਜਾਵੇ ਤਾਂ ਫਿਰ ਤੁਸੀਂ ਅਧੀਰਜ ਕਦੇ ਨਹੀਂ ਹੋਵੋਗੇ। ਸੱਚ ਤਾਂ ਇਹੀ ਹੈ ਕਿ ਅਧੀਰਜ ਕਰਕੇ ਅਸੀਂ ਵਿਗੜਦੇ ਹਾਂ। ਅਧੀਰਜ ਕਰਕੇ ਹੀ ਅਸੀਂ ਵਿਗਾੜ ਦਿੰਦੇ ਹਾਂ ਸਭ ਕੁਝ। ਫਿਰ ਜਿੰਨਾ ਵਿਗੜ ਜਾਂਦਾ ਹੈ ਓਨਾ ਅਧੀਰਜ ਹੋ ਜਾਂਦਾ ਹੈ। ਧੀਰਜ ਕਰਕੇ ਅਸੀਂ ਸਾਥ ਦਿੰਦੇ ਹਾਂ। ਜਿੰਨਾ ਧੀਰਜ ਦੇ ਨਾਲ ਹੁੰਦਾ ਓਨੀ ਸਫਲਤਾ ਹੋ ਜਾਂਦੀ ਹੈ। ਸਫਲਤਾ ਹੋ ਜਾਂਦੀ ਹੈ ਤਾਂ ਭਰੋਸਾ ਵੱਧ ਜਾਂਦਾ ਹੈ, ਧੀਰਜ ਦੀ ਸੁਭਾਵਨਾ ਵੱਧ ਜਾਂਦੀ ਹੈ। ਜੀਵਨ ਵਿੱਚ ਦੁਸ਼ਟ ਚੱਕਰ ਬਣ ਜਾਂਦਾ ਹੈ। ਤੁਸੀਂ ਅਧੀਰਜ ਕਰਦੇ ਹੋ, ਕੰਮ ਵਿਗੜ ਜਾਂਦਾ ਹੈ। ਤੁਸੀਂ ਸੋਚਦੇ ਹੋ ਕਿ ਇੰਨਾ ਅਧੀਰਜ ਕੀਤਾ ਤਦ ਵੀ ਵਿਗੜ ਗਿਆ। ਜੇ ਧੀਰਜ ਰੱਖਦੇ ਤਾਂ ਕਿਤੋਂ ਦੇ ਨਾ ਰਹਿੰਦੇ। ਤਾਂ ਹੋਰ ਅਧੀਰਜ ਕਰੋ, ਹੋਰ ਕਾਹਲੀ ਮਚਾਓ, ਸਭ ਖਤਮ ਹੋ ਜਾਏਗਾ। ਮੌਸਮੀ ਫੁੱਲ ਉਗਾਉਣੇ ਹੋਣ ਤਾਂ ਅਧੀਰਜ ਚਾਹੀਦਾ, ਲੇਕਿਨ ਅਜਿਹੇ ਵ੍ਰਿਕਸ਼ ਲਗਾਉਣੇ ਹੋਣ ਜੋ ਸਦੀਵੀ ਹੋਣ, ਕਦੀਮੀ ਹੋਣ, ਜਿਨ੍ਹਾਂ ਵਿੱਚ ਸਦਾ ਫੁੱਲ ਲੱਗਦੇ ਰਹਿਣ, ਜੋ ਸਦਾ ਜਵਾਨ ਰਹਿਣ, ਜੋ ਸਦਾ ਹਰੇ ਰਹਿਣ। ਅਜਿਹੇ ਸਦੀਵੀ ਵ੍ਰਿਕਸ਼ ਲਗਾਉਣੇ ਹੋਣ ਤਾਂ ਮੌਸਮੀ ਫੁੱਲ ਵਾਲਾ ਜੋ ਮਨ ਹੈ ਉਹ ਕੰਮ ਨਹੀਂ ਆਏਗਾ, ਉਸ ਤੋਂ ਬਚਣਾ ਹੋਵੇਗਾ। ਭੂਮੀ ਚਾਹੀਦੀ ਹੈ ਧੀਰਜ ਦੀ, ਤਦੇ ਸਦੀਵੀ ਬੀਜ ਪੁੰਗਰਦੇ ਹਨ। ਸੂਤਰ ਕਹਿੰਦਾ ਆਪਣੀਆਂ ਅੱਖਾਂ ਬੰਦ ਨਾ ਕਰ ਦੋਰਜੇ, ਤੋ ਆਪਣੀ ਜ਼ਿੰਦਗੀ ਨੂੰ ਨਾ ਹਟਾ। ਕਾਮ ਦੇ ਤੀਰ ਉਸ ਆਦਮੀ ਨੂੰ ਵਿੰਨ ਦਿੰਦੇ ਹਨ ਜੋ ਬੈਰਾਗ ਨੂੰ ਪ੍ਰਾਪਤ ਨਹੀਂ ਹੋਇਆ। ਇਹ ਦੋਰਜੇ ਤਿੱਬਤੀ ਸ਼ਬਦ ਹੈ, ਬੜਾ ਕੀਮਤੀ ਹੈ ਸ਼ਬਦ। ਤਿੱਬਤ ਵਿੱਚ ਇੱਕ ਪ੍ਰਕਿਰਿਆ ਹੈ, ਬੜੀ ਕੀਮਤੀ ਹੈ। ਇਸ ਨੂੰ ਰਤਾ ਸਮਝ ਲੈਣਾ ਜ਼ਰੂਰੀ ਹੈ। ਦੋਰਜੇ ਦਾ ਲਫ਼ਜ਼ੀ ਅਰਥ ਹੈ ਵਜ਼ਰ, ਸੁਰੱਖਿਆ। ਤੁਹਾਡੇ ਆਸੇ ਪਾਸੇ ਜਿੱਥੇ ਪੱਥਰ ਦੀ ਕੰਧ ਬਣਾ ਦਿੱਤੀ ਜਾਵੇ ਤਾਂ ਫਿਰ ਕੋਈ ਗੋਲੀ ਤੁਹਾਨੂੰ ਨਹੀਂ ਛੋਹ ਸਕੇਗੀ, ਕੋਈ ਬੰਦੂਕ ਨਾਲ ਤੁਹਾਡੀ ਹੱਤਿਆ ਨਹੀਂ ਕਰ ਸਕੇਗਾ। ਤੁਹਾਡੇ ਸਰੀਰ ਉੱਤੇ ਜੇ ਇੱਕ ਲੋਹੇ ਦਾ ਕਵਚ ਚੜ੍ਹਾ ਦਿੱਤਾ ਜਾਵੇ ਤਾਂ ਤੁਹਾਨੂੰ ਤੀਰ ਨਹੀਂ ਵਿੰਨ ਸਕੇਗਾ। ਜਿਵੇਂ ਭੌਤਿਕ ਅਰਥਾਂ ਵਿੱਚ ਸਰੀਰ ਦੀ ਸੁਰੱਖਿਆ ਹੋ ਸਕਦੀ ਹੈ, ਉਵੇਂ ਹੀ ਅਧਿਆਤਮਿਕ ਅਰਥਾਂ ਵਿੱਚ ਤੁਹਾਡੇ ਅੰਦਰ ਦੇ ਸੱਤਵ ਦੀ ਸੁਰੱਖਿਆ ਹੋ ਸਕਦੀ ਹੈ। ਇਸ ਸੱਤਵ ਦੀ ਸੁਰੱਖਿਆ ਦੀ ਜੋ ਰਸਾਇਣਿਕ ਵਿਧੀ ਹੈ ਉਸ ਦਾ ਨਾਂ ਹੈ ਦੋਰਜੇ। ਤਿੱਬਤ ਵਿੱਚ ਦੋਰਜੇ ਉੱਤੇ ਬੜਾ ਜ਼ੋਰ ਦਿੱਤਾ ਗਿਆ ਹੈ। ਤਿੱਬਤ ਨੇ ਇਸ ਦੇ ਬੜੇ ਕੀਮਤੀ ਸੂਤਰ ਖੋਜੇ ਕਿ ਆਦਮੀ ਜਿਨ੍ਹਾਂ ਚੀਜ਼ਾਂ ਨਾਲ ਵਿੰਨਿਆ ਜਾਂਦਾ ਹੈ ਉਹ ਸੁਰੱਖਿਅਤ ਹੋ ਜਾਂਦਾ ਹੈ। ਉਹਨਾਂ ਨਾਲ ਵਿੰਨਿਆ ਜਾ ਸਕੇ ਉਹ ਸੁਰੱਖਿਅਤ ਨਾ ਰਹੇ, ਇਸ ਦੇ ਲਈ ਅੰਦਰ ਕੀ ਕੀਤਾ ਜਾਵੇ, ਕੀ ਉਪਾਅ ਕੀਤਾ ਜਾਵੇ। ਅਜਿਹਾ ਉਪਾਅ ਜਿਹੜਾ ਥੋੜ੍ਹੇ ਜਿਹੇ ਦ੍ਰਿਸ਼ਟਾਂਤ ਨਾਲ ਸਾਨੂੰ ਸਮਝ ਆ ਸਕੇ। ਸੋ ਬਾਕੀ ਕੱਲ੍ਹ ਤੱਕ। ਜੇਕਰ ਤੁਹਾਨੂੰ ਓਸ਼ੋ ਦੇ ਬਚਨ ਪਸੰਦ ਆ ਰਹੇ ਨੇ ਤਾਂ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ। ਸੋ ਧੰਨਵਾਦ ਜੀ, ਕੱਲ੍ਹ ਤੱਕ ਪ੍ਰਣਾਮ।